ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 66ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਾਝ ਮਹੱਲਾ ਚੌਥਾ। ਆਓ ਸਖੀ ਗੁਣ ਕਾਮਣ ਕਰੀ ਹਾਜੀਓ, ਮਿਲ ਸੰਤ ਜਨਾ ਰੰਗ ਮਾਣੇ ਰਲੀਆਂ ਜੀਓ। ਗੁਰਦੀਪਕ ਗਿਆਨ ਸਦਾ ਮਨ ਬਲਿਆ ਜੀਓ, ਹਰ ਤੁਠੇ ਡੁੱਡੁਲ ਮਿਲਿਆ ਜੀਓ। ਮੇਰੇ ਮਨ ਤਨ ਪ੍ਰੇਮ ਲਗਾ ਹਰ ਢੋਲੇ ਜੀਓ, ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ। ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ, ਹਰ ਵਿਟੜੀਆਂ ਸਦਾ ਕੋਲੇ ਜੀਓ। ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਮਨ ਚਿੰਦੜਿਆ ਫਲ ਪਾਇਆ ਮੇਰੇ ਗੋਵਿੰਦਾ, ਗੁਰਪੂਰਾ ਵੇਖ ਵਿਕਸ ਜੀਓ। ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ, ਮਨ ਅੰਦਨ ਆਨੰਦ ਰਹਿਸ ਜੀਓ। ਹਰ ਪਾਈੜਾ ਵਡ ਭਾਗਈ ਮੇਰੇ ਗੋਵਿੰਦਾ, ਨਿਤ ਲੈ ਲਾਹਾ ਮਨ ਹੱਸ ਜੀਓ। ਹਰ ਆਪ ਉਪਾਏ ਹਰ ਆਪੇ ਵੇਖੇ, ਹਰ ਆਪੇ ਕਾਰੇ ਲਾਇਆ ਜੀਓ। ਇੱਕ ਖਾਵੇ ਬਖਸ਼ ਤੋਟ ਨ ਆਵੇ, ਇੱਕ ਨਾ ਫੱਕਾ ਪਾਇਆ ਜੀਓ। ਇੱਕ ਰਾਜੇ ਤਖਤ ਭਏ ਨਿਤ ਸੁਖੀਏ, ਇੱਕ ਨਾ ਭਿਖ ਮੰਗਾਇਆ ਜੀਓ। ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ, ਜਨ ਨਾਨਕ ਨਾਮ ਧਿਆਇਆ ਜੀਓ। ਇੱਕ ਰਾਜੇ ਤਖਤ ਭਏ ਨਿਤ ਸੁਖੀਏ, ਇੱਕ ਨਾ ਭਿਖ ਮੰਗਾਇਆ ਜੀਓ। ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ, ਜਨ ਨਾਨਕ ਨਾਮ ਧਿਆਇਆ ਜੀਓ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਸੀਂ ਆਪਣੇ ਜੀਵਨ ਵਿੱਚ ਉਸ ਤਰ੍ਹਾਂ ਦੇ ਕੰਮ ਕਰੀਏ ਜਿਸ ਨਾਲ ਜੀਵਨ ਵਿੱਚ ਮਿਠਾਸ ਆ ਜਾਵੇ, ਪਰ ਭਾਵ ਕਿ ਹਮੇਸ਼ਾ ਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਰੱਖ ਕੇ ਹਰ ਕੰਮ ਕਰਨਾ ਚਾਹੀਦਾ ਹੈ ਜੀ। ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੀ ਸਹੇਲੀਓ, ਆਓ ਅਸੀਂ ਆਪਣੇ ਪਤੀ ਰੂਪ ਪਰਮੇਸ਼ਰ ਨੂੰ ਵਸ ਕਰਨ ਲਈ ਅਸੀਂ ਸ਼ੁਭ ਗੁਣਾਂ ਦਾ ਜਾਦੂ ਕਰੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਦੇ ਸੰਤ ਜਨਾਂ ਨੂੰ ਮਿਲ ਕੇ ਰੰਗ ਰਲੀਆਂ ਆਨੰਦ ਮਾਣੀਏ ਜੀਓ। ਫਿਰ ਗੁਰੂ ਜੀ ਕਹਿੰਦੇ ਹਨ, ਆਓ ਇਸ ਤਰ੍ਹਾਂ ਆਪਣੇ ਮਨ ਵਿੱਚ ਸਦਾ ਲਈ ਗੁਰਸ਼ਬਦ ਗੁਰਬਾਣੀ ਦਾ ਗਿਆਨ ਰੂਪੀ ਦੀਵਾ ਬਾਲੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਦੇ ਤੁਠ ਪੈਣ ਨਾਲ ਦ੍ਰਵੀਭੂਤ ਭਾਵ ਆਪਣੇ ਆਪ ਨੂੰ ਢਾਲ ਕੇ ਉਸ ਪਰਮੇਸ਼ਰ ਨੂੰ ਮਿਲ ਪਈਏ ਜੀ। ਭਾਵ ਆਪਣੇ ਆਪ ਨੂੰ ਸ਼ੁਭ ਕਰਮਾਂ ਦੇ ਵੱਲ ਤਰ੍ਹਾਂ ਢਾਲਣਾ ਹੈ ਜੀ, ਤਾਂ ਕਿ ਅਸੀਂ ਜ਼ਿੰਦਗੀ ਨੂੰ ਵਿੱਚ ਅੱਛੇ ਕੰਮ ਕਰੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੀ ਸਖੀਏ, ਮੇਰੇ ਮਨ ਤੇ ਸਰੀਰ ਵਿੱਚ ਪਰਮੇਸ਼ਰ ਹਰੀ ਪਿਆਰੇ ਦਾ ਪ੍ਰੇਮ ਲੱਗ ਗਿਆ ਹੈ ਜੀ। ਭਾਵ ਮੈਨੂੰ ਗੁਰਸ਼ਬਦ ਗੁਰਬਾਣੀ ਨਾਲ ਮੇਰਾ ਮਨ ਲੱਗ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਉਸ ਨੂੰ ਹੁਣ ਕਿਵੇਂ ਮਿਲਾਂ? ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਰੂਪ ਸਤਿਗੁਰੂ ਨੂੰ ਵਿਚੋਲਾ ਬਣ ਕੇ ਮੈਨੂੰ ਮੇਰਾ ਮਿੱਤਰ ਪਿਆਰਾ ਪਰਮੇਸ਼ਰ ਮਿਲਾ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਆਪਣਾ ਮਨ ਸੰਤਾਂ ਭਾਵ ਗੁਰਮਤਿ ਦੇ ਹਵਾਲੇ ਕਰ ਦਿਆਂ ਜੀ। ਜੋ ਮੇਰਾ ਪਰਮੇਸ਼ਰ ਮੈਨੂੰ ਮਿਲਾ ਦੇਵੇ ਜੀ, ਮੈਂ ਉਸ ਪਰਮੇਸ਼ਰ ਹਰੀ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਪਿਆਰੇ, ਤੂੰ ਵਸ ਹੈ ਮੇਰੇ ਗੋਬਿੰਦ, ਤੂੰ ਵਸ ਹੈ ਮੇਰੇ ਪਰਮੇਸ਼ਰ ਹਰੀ, ਕਿਰਪਾ ਕਰਕੇ ਤੂੰ ਮੇਰੇ ਮਨ ਵਿੱਚ ਵਸ ਪਾਓ ਜੀ। ਭਾ ਮੇਰੇ ਅੰਦਰ ਮੈਨੂੰ ਗੁਰਸ਼ਬਦ ਗੁਰਬਾਣੀ ਦਾ ਪਿਆਰ ਪਾਓ ਜੀ, ਉਸ ਦੇ ਨਾਲ ਮੇਰਾ ਮਨ ਜੋੜੋ ਜੀ, ਤਾਂ ਕਿ ਮੈਂ ਗੁਰਮਤਿ ਦੀ ਜ਼ਿੰਦਗੀ ਬਤੀਤ ਕਰ ਸਕਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਜੋ ਫਲ ਮੈਂ ਆਪਣੇ ਮਨ ਵਿੱਚ ਚਿੱਤ ਪਿਆ ਹੋਇਆ ਸੀ, ਫਿਰ ਉਹ ਮੈਂ ਪਾ ਲਿਆ ਹੈ ਜੀ, ਅਤੇ ਪੂਰਾ ਗੁਰਸ਼ਬਦ ਗੁਰਬਾਣੀ ਰੂਪ ਗੁਰੂ ਨੂੰ ਵੇਖ ਕੇ ਅਪਣਾ ਕੇ ਮੈਨੂੰ ਖੇੜਾ ਆ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੀ ਮੇਰੇ ਗੋਬਿੰਦ, ਜਿਸ ਸੁਹਾਗਣੀ ਇਸਤਰੀ ਨੂੰ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਮਿਲ ਗਿਆ ਹੈ ਜੀ, ਉਸ ਦੇ ਮਨ ਵਿੱਚ ਦਿਨ ਰਾਤ ਗੁਰਮਤਿ ਦੁਆਰਾ ਆਤਮਿਕ ਆਨੰਦ ਤੇ ਖੇੜਾ ਬਣਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੋਬਿੰਦ, ਜਿਨ੍ਹਾਂ ਵੱਡੇ ਭਾਗਾਂ ਵਾਲੀਆਂ ਜੀਵ ਰੂਪ ਇਸਤਰੀਆਂ ਨੇ ਪਰਮੇਸ਼ਰ ਹਰੀ ਨੂੰ ਪਾ ਲਿਆ ਹੈ ਜੀ, ਉਹ ਹਰ ਰੋਜ਼ ਆਪਣੇ ਮਨ ਵਿੱਚ ਪਰਮੇਸ਼ਰ ਹਰੀ ਗੁਰਸ਼ਬਦ ਗੁਰਬਾਣੀ ਰੂਪ ਨਾਮ ਦਾ ਲਾਭ ਲੈ ਕੇ ਖੁਸ਼ ਰਹਿੰਦੀਆਂ ਹਨ ਜੀ, ਅਤੇ ਹੱਸਦੀਆਂ ਰਹਿੰਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਪਰਮੇਸ਼ਰ ਹਰੀ ਆਪ ਹੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਅਤੇ ਪਰਮੇਸ਼ਰ ਹਰੀ ਆਪ ਹੀ ਉਸ ਨੂੰ ਵੇਖਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸਨੇ ਆਪੇ ਹੀ ਸਭ ਸ੍ਰਿਸ਼ਟੀ ਨੂੰ, ਸਾਰੀ ਦੁਨੀਆ ਨੂੰ ਕੰਮਕਾਰ ਵਿੱਚ ਲਗਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਈ ਜੀਵ ਪਰਮੇਸ਼ਰ ਦੇ ਬਖਸ਼ੇ ਹੋਏ ਪਦਾਰਥ ਖਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਕਈਆਂ ਨੂੰ ਪਰਮੇਸ਼ਰ ਨੇ ਇੱਕ ਫਿੱਕਾ ਭਾਵ ਥੋੜ੍ਹਾ ਜਿਹਾ ਪਦਾਰਥ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਈ ਰਾਜੇ ਬਣ ਕੇ ਤਖਤ ਉੱਤੇ ਬੈਠਦੇ ਹਨ ਜੀ, ਅਤੇ ਨਿਤ ਸੁੱਖਾਂ ਵਾਲੇ ਬਣੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਕਈਆਂ ਤੋਂ ਪਰਮੇਸ਼ਰ ਨੇ ਭਿੱਖਿਆ ਮੰਗਾਈ ਹੈ ਜੀ। ਭਾਵ ਇਹ ਸਾਰਾ ਕੁਛ ਔਰ ਪਰਮੇਸ਼ਰ ਦੇ ਭਾਣੇ ਉਸਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ, ਜਿਸ ਨੇ ਇਹ ਸ੍ਰਿਸ਼ਟੀ ਰਚਾਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੇਰੇ ਗੋਬਿੰਦ, ਸਭ ਪਾਸੇ ਤੇਰਾ ਹੀ ਇੱਕ ਹੁਕਮ ਵਰਤ ਰਿਹਾ ਹੈ ਜੀ। ਅਸੀਂ ਦਾਸਾਂ, ਤੇਰੇ ਦਾਸਾਂ ਨੇ ਇੱਕ ਤੇਰਾ ਹੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਿਆ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਜਦੋਂ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦਾ ਗਿਆਨ ਰੂਪੀ ਦੀਵਾ ਬਲ ਪੈਂਦਾ ਹੈ ਜੀ, ਤਾਂ ਆਪਣੇ ਆਪ ਹੀ ਪਰਮੇਸ਼ਰ ਪ੍ਰੇਮ ਦਾ ਹੁਲਾਰਾ ਆ ਜਾਂਦਾ ਹੈ ਜੀ। ਭਾਵ ਗੁਰਬਾਣੀ ਦਾ ਚਾਅ ਮਨ ਆਨੰਦ ਬਣ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਰਹੱਸ ਵਿੱਚ ਜਗਿਆਸੂ ਦੇ ਹਿਰਦੇ ਅੰਦਰ ਇੱਕ ਅਜਿਹੀ ਹੂਕ ਉੱਠਦੀ ਹੈ ਜੀ, ਜਿਸ ਨਾਲ ਉਹ ਆਤਮ ਰੰਗਾਂ ਵਿੱਚ ਇਉਂ ਗਾਉਣ ਲੱਗ ਪੈਂਦਾ ਹੈ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਮੇਰੇ ਮਨ ਤਨ ਪ੍ਰੇਮ ਲਗਾ ਹਰ ਢੋਲੇ ਜੀਓ, ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੇ ਆਏ,
ਤਿਸਦੇ ਮਾਮਨ ਆਪਣਾ ਨਿਮ ਨਿਮ ਲਾਗਾ ਪਾਏ ਜੀਓ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਪ੍ਰੇਮ ਭਰੇ ਅਨੁਭਵੀ ਦਰਸ਼ਨਾਂ ਵਿੱਚ ਉਸ ਨੂੰ ਹਰ ਪਾਸੇ ਪਰਮੇਸ਼ਰ ਹਰੀ ਨਜ਼ਰ ਆਉਣ ਲੱਗ ਪੈਂਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਨੂੰ ਹਰ ਪਾਸੇ ਪਰਮੇਸ਼ਰ ਦੀ ਰਚਨਾ ਦਿਸਦੀ ਹੈ ਜੀ, ਅਤੇ ਉਸ ਨੂੰ ਗੁਰਮਤਿ ਦੀ ਜ਼ਿੰਦਗੀ ਅਪਣਾਇਆ ਪਰਮੇਸ਼ਰ ਦੇ ਹੁਕਮ ਦੀ ਸਮਝ ਆ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਉਹ ਸੰਸਾਰ ਵੱਲ ਨਿਗਾਹ ਮਾਰਦਾ ਹੈ ਤਾਂ ਉਸ ਨੂੰ ਅਨੇਕਾਂ ਦਾਤਾਂ ਤੇ ਅਨੇਕਾਂ ਭਿਖਾਰੀ ਦਿਸਦੇ ਹਨ। ਉਹ ਹੈਰਾਨ ਨਹੀਂ ਹੁੰਦਾ ਜੀ, ਸਗੋਂ ਹੁਕਮੀ ਬਣ ਕੇ, ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ, ਜਨ ਨਾਨਕ ਨਾਮ ਧਿਆਇਆ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।